ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪੰਜਾਬ ਦੇ ਆਉਣ ਵਾਲੇ ਐਗਜ਼ਾਮਸ ਵਾਸਤੇ ਆਪਾਂ ਨੇ ਸਟੈਟ ਜੀਕੇ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ। ਅਵਾਰਡਸ ਆਫ ਇੰਡੀਆ ਆਪਾਂ ਸਾਰੇ ਪੜ੍ਹ ਚੁੱਕੇ ਹਾਂ, ਠੀਕ ਹੈ। ਤੇ ਹੁਣ ਆਪਾਂ ਨੇ ਭਾਰਤ ਦੇ ਡਾਂਸ ਕਰਨੇ ਆ, ਠੀਕ ਹੈ। ਮਤਲਬ ਡਾਂਸ ਕਰਨੇ ਨਹੀਂ, ਡਾਂਸ ਪੜ੍ਹਨੇ ਆ, ਠੀਕ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਬਾਈ ਵੀਡੀਓ ਨੂੰ। ਤੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਇਨਫੋਰਮੇਸ਼ਨ ਹੈ ਤੁਹਾਡੇ ਲਈ ਪ੍ਰਤਾਪੀ ਬੈਚ ਬਾਰੇ। ਤੁਸੀਂ ਸਾਡੀ ਐਂਡਰੋਇਡ ਐਪ ਡਾਊਨਲੋਡ ਕਰ ਸਕਦੇ ਹੋ, ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਠੀਕ ਹੈ ਜੀ। ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਸਾਡੀ ਐਂਡਰੋਇਡ ਐਪ ਹੈ। ਉਹਦੇ ਉੱਤੇ ਪੰਜਾਬ ਦੇ ਤੁਸੀਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ। ਸਾਰੇ ਆਲਰੇਡੀ ਕੋਰਸ ਉੱਥੇ ਚਲੇ ਹੋਏ ਆ, ਕੋਈ ਵੀ ਕੋਰਸ ਤੁਸੀਂ ਪਰਚੇਸ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਕੋਲ ਇੱਕ ਹੀ ਬੈਚ ਹੋਵੇ, ਮਤਲਬ ਤੁਹਾਡੇ ਕੋਲ ਇੱਕ ਹੀ ਬੈਚ ਹੋਵੇ ਜਿਹਦੇ ਰਾਹੀਂ ਤੁਸੀਂ ਪੰਜਾਬ ਦੇ ਹਰ ਇੱਕ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ, ਤਾਂ ਉਹ ਇੱਕ ਕੰਪਲੀਟ ਬੈਚ ਹੈਗਾ ਬਈ ਆਪਣਾ ਪ੍ਰਤਾਪੀ ਬੈਚ, ਠੀਕ ਹੈ। ਪ੍ਰਤਾਪੀ ਬੈਚ ਹੈ, ਇਹ ਤੁਹਾਨੂੰ ਬਾਰ-ਬਾਰ ਹਰ ਇੱਕ ਐਗਜ਼ਾਮ ਵਾਸਤੇ ਅਲੱਗ-ਅਲੱਗ ਬੈਚ ਕੋਰਸ ਖਰੀਦਣ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਇਹ ਕਰ ਰੱਖਿਆ, ਠੀਕ ਹੈ ਨਾ। ਤੁਸੀਂ ਇਸ ਨੂੰ ਪਰਚੇਸ ਕਰ ਸਕਦੇ ਹੋ ਤੇ ਹਰ ਇੱਕ ਟੌਪਿਕ, ਭਾਵੇਂ ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾ ਹੋ, ਇਹਦੇ ਵਿੱਚੋਂ ਹੀ ਤੁਹਾਨੂੰ ਹਰ ਟੌਪਿਕ ਹੈ ਜਿਹੜਾ ਉਹ ਮਿਲ ਜੂਗਾ। ਕਲੀਅਰ ਹੈ, ਬਿਲਕੁਲ ਐਗਜ਼ਾਮ ਓਰੀਐਂਟਡ ਵੀਡੀਓਜ਼ ਮਿਲਣਗੀਆਂ, PDF ਨੋਟਸ ਮਿਲਣਗੇ, ਹਰ ਇੱਕ ਚੈਪਟਰ ਵਾਈਜ਼ ਸੈਕਸ਼ਨ ਵਾਈਜ਼ ਤੁਹਾਨੂੰ ਟੈਸਟ ਮਿਲੂਗਾ। ਮਤਲਬ ਕੁਝ ਵੀ ਇਸ ਤੋਂ ਇਲਾਵਾ ਤੁਹਾਨੂੰ ਕਿਸੇ ਵੀ ਸੋਰਸ ਤੋਂ ਪੜ੍ਹਨ ਦੀ ਲੋੜ ਨਹੀਂ, ਨਾ ਕੋਈ ਵੀਡੀਓ ਦੇਖਣ ਦੀ ਲੋੜ ਹੈ, ਕੁਝ ਵੀ ਤੁਹਾਨੂੰ ਹਰ ਚੀਜ਼ ਉੱਥੇ ਹੀ ਪ੍ਰੋਵਾਈਡ ਹੋਊਗੀ, ਠੀਕ ਹੈ। ਤਾਂ ਇੱਕ ਵਾਰ ਜ਼ਰੂਰ ਇਸ ਨੂੰ ਟਰਾਈ ਕਰੋ। ਬਾਕੀ ਆਪਾਂ ਚੱਲਦੇ ਹਾਂ ਆਪਣੀ ਨੈਕਸਟ ਟੌਪਿਕ ਦੇ ਉੱਤੇ, ਠੀਕ ਹੈ। ਡਾਂਸਿਸ ਆਫ ਇੰਡੀਆ। ਤਾਂ ਡਾਂਸ ਆਫ ਇੰਡੀਆ ਦੇ ਵਿੱਚ ਬਈ ਦੇਖੋ, ਆਪਣਾ ਜਿਹੜਾ ਦੇਸ਼ ਹੈ ਬਈ ਉਹਦੇ ਵਿੱਚ ਬਹੁਤ ਸਾਰੇ ਕਲਚਰ ਹੈ, ਠੀਕ ਹੈ ਨਾ। ਬਹੁਤ ਸਾਰੇ ਕਲਚਰ, ਬਹੁਤ ਸਾਰੀ ਭਾਸ਼ਾਵਾਂ ਨੇ। ਹਰ 20-30 ਕਿਲੋਮੀਟਰ ਬਾਅਦ ਆਪਣਾ ਜਿਹੜਾ ਕਲਚਰ ਹੈ, ਜਿਹੜੀ ਲੈਂਗੁਏਜ ਹੈ, ਉਹਦੇ 'ਚ ਚੇਂਜ ਆਉਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇੰਨੇ ਜ਼ਿਆਦਾ ਕਲਚਰ ਹੋਣ ਦੇ ਨਾਲ ਆਪਣੇ ਦੇਸ਼ ਦੇ ਵਿੱਚ ਫੋਕ ਡਾਂਸ, ਮਤਲਬ ਲੋਕ ਨ੍ਰਿਤ ਜਿਹੜੇ ਉਹ ਵੀ ਬਹੁਤ ਸਾਰੇ ਆ। ਹਰ ਇੱਕ ਸਟੇਟ ਦੇ ਆਪਣੇ ਲੋਕ ਨ੍ਰਿਤ ਹੈ, ਆਪਣਾ ਉਹਨਾਂ ਦਾ ਕਲਚਰ ਹੈ, ਆਪਣੀ ਬੋਲੀ ਹੈ, ਆਪਣਾ ਖਾਣ ਪੀਣ, ਆਪਣਾ ਰਹਿਣ ਸਹਿਣ। ਤਾਂ ਆਪਣਾ ਦੇਸ਼ ਹੈ ਮਤਲਬ ਫੁੱਲ ਵੈਰਾਈਟੀਆਂ ਨਾਲ ਭਰਿਆ ਹੋਇਆ ਦੇਸ਼ ਹੈ ਨਾ। ਤਾਂ ਜੇ ਆਪਾਂ ਮੋਟੇ ਤੌਰ ਤੇ ਦੇਖੀਏ, ਆਪਾਂ ਨੇ ਕੀ ਕਰਿਆ ਹੋਇਆ, ਡਾਂਸਿਸ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਿਆ ਹੋਇਆ। ਇੱਕ ਹੁੰਦੇ ਆ ਕਲਾਸੀਕਲ ਡਾਂਸ ਤੇ ਇੱਕ ਹੁੰਦੇ ਆ ਫੋਕ ਡਾਂਸ। ਕਲਾਸੀਕਲ ਡਾਂਸ ਹੁੰਦੇ ਆ ਜਿਹਨੂੰ ਆਪਾਂ ਹਿੰਦੀ 'ਚ ਸ਼ਾਸਤਰੀ ਨ੍ਰਿਤ ਕਹਿ ਦਿੰਦੇ ਆ, ਠੀਕ ਹੈ। ਮੈਂ ਹਿੰਦੀ 'ਚ ਲਿਖਤਾ ਇੱਥੇ ਸ਼ਾਸਤਰੀ ਨ੍ਰਿਤ, ਤੇ ਫੋਕ ਡਾਂਸ ਜਿਹੜੇ ਲੋਕ ਨ੍ਰਿਤ ਇਹਨੂੰ ਆਪਾਂ ਕਹਿ ਦਿੰਦੇ ਆ। ਦੋਹਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਕਲਾਸੀਕਲ ਡਾਂਸ ਹੁੰਦੇ ਆ ਉਹ ਵਾਲੇ ਡਾਂਸ ਜਿਨ੍ਹਾਂ ਨੂੰ ਮਤਲਬ ਇੱਕ ਟ੍ਰੇਨਡ ਆਰਟਿਸਟ ਕਰਦੇ ਆ, ਹਨਾ। ਟ੍ਰੇਨਡ ਆਰਟਿਸਟ ਦੇ ਦੁਆਰਾ ਕਰਿਆ ਜਾਂਦਾ। ਇਹਨਾਂ ਨੂੰ ਪ੍ਰੋਪਰ ਇਹਨਾਂ ਦੀ ਡਰੈਸ ਹੁੰਦੀ ਹੈ, ਪ੍ਰੋਪਰ ਇਹਨਾਂ ਦੇ ਸਟੈਪ ਹੁੰਦੇ ਆ, ਪ੍ਰੋਪਰ ਮੁਦਰਾਵਾਂ ਇਹਨਾਂ ਦੀ ਹੁੰਦੀ ਹੈ, ਠੀਕ ਹੈ। ਤੇ ਇਹਨਾਂ ਨੂੰ ਮਤਲਬ ਇੱਕ ਵੈਲ ਟ੍ਰੇਨਡ ਬੰਦਾ ਹੀ ਕਰ ਸਕਦਾ ਡਾਂਸਿਸ ਨੂੰ, ਠੀਕ ਹੈ। ਮਤਲਬ ਹਰ ਚੀਜ਼ ਦੇ ਵਿੱਚ ਇਹ ਕੀ ਹੈ, ਪਰਫੈਕਟ ਹੁੰਦੇ ਆ। ਮੁਦਰਾਵਾਂ ਹੁੰਦੀਆਂ ਇਹਨਾਂ ਦੀ, ਐਕਸਪ੍ਰੈਸ਼ਨ, ਹਰ ਚੀਜ਼ ਮੈਟਰ ਕਰਦੀ ਹੈ। ਤਾਂ ਉਹਨਾਂ ਨੂੰ ਆਪਾਂ ਕਲਾਸੀਕਲ ਡਾਂਸ ਬੋਲਦੇ ਆ। ਮਤਲਬ ਕਈ ਹਜ਼ਾਰ ਸਾਲ ਇਹ ਡਾਂਸ ਪੁਰਾਣੇ ਹੁੰਦੇ ਆ ਤੇ ਕੁਝ ਗਿਣੇ ਚੁਣੇ ਡਾਂਸ ਹੈ ਆਪਣੇ ਇੰਡੀਆ ਦੇ ਜਿਨ੍ਹਾਂ ਨੂੰ ਕਲਾਸੀਕਲ ਡਾਂਸ ਮੰਨਿਆ ਜਾਂਦਾ ਹੈ, ਠੀਕ ਹੈ। ਤੇ ਇਸ ਤੋਂ ਇਲਾਵਾ ਗੱਲ ਰਹੀ ਹੈ ਫੋਕ ਡਾਂਸ ਦੀ, ਤਾਂ ਫੋਕ ਡਾਂਸ ਕੁਝ ਨਹੀਂ, ਸਿੰਪਲ ਆਮ ਇਨਸਾਨ ਦੇ ਦੁਆਰਾ ਖੁਸ਼ੀ ਦੇ ਮੌਕੇ ਦੇ ਉੱਤੇ, ਭਾਵੇਂ ਵਿਆਹ ਸ਼ਾਦੀ ਹੋਵੇ, ਹਨਾ, ਕੋਈ ਫਸਲ ਕੱਟਣ ਦੀ ਕੋਈ ਖੁਸ਼ੀ ਹੋਵੇ ਜਾਂ ਹੋਰ ਵੀ ਕੋਈ ਖੁਸ਼ੀ ਹੈ ਨਾ, ਤੁਹਾਡੀ ਜੋਬ ਲੱਗ ਗਈ ਜਾਂ ਜੋ ਵੀ ਹੈ, ਉਹ ਜਿਹੜੇ ਤੁਸੀਂ ਹੱਥ ਪੈਰ ਮਾਰਦੇ ਹੋ ਇੱਧਰ ਉੱਧਰ, ਬਸ ਉਹੀ ਫੋਕ ਡਾਂਸ ਹੁੰਦਾ ਹੈ, ਠੀਕ ਹੈ ਨਾ। ਤਾਂ ਫੋਕ ਡਾਂਸ ਬਹੁਤ ਹੈ ਬਈ ਆਪਣੇ ਇੰਡੀਆ ਦੇ ਵਿੱਚ, ਤੇ ਹਰ ਇੱਕ ਸਟੇਟ ਦੇ ਆਪਣੇ 10-20 ਡਾਂਸ ਤਾਂ ਹੁੰਦੇ ਹੀ ਆ, ਠੀਕ ਹੈ। ਤਾਂ ਸਾਰੇ ਆਪਾਂ ਨੂੰ ਹੌਲੀ ਹੌਲੀ ਕਰਕੇ ਪੜਾਂਗੇ, ਬਾਈ ਟ੍ਰਿਕ ਪੜਾਂਗੇ, ਠੀਕ ਹੈ। ਪਰ ਉਸ ਤੋਂ ਪਹਿਲਾਂ ਆਪਾਂ ਕੀ ਦੇਖਦੇ ਹਾਂ, ਕਲਾਸੀਕਲ ਡਾਂਸ ਆਪਾਂ ਦੇਖਦੇ ਹਾਂ, ਠੀਕ ਹੈ। ਕਲਾਸੀਕਲ ਡਾਂਸ ਬਾਰੇ ਇੰਨਾ ਜ਼ਿਆਦਾ ਕੁਝ ਪੜਨ ਦੀ ਲੋੜ ਨਹੀਂ। ਸਿੰਪਲ ਜੇ ਤੁਸੀਂ 2-3 ਪੁਆਇੰਟ ਆ ਜਿਹੜੇ ਯਾਦ ਰੱਖਣੇ ਆ ਕਿ ਆਪਣੇ ਇੰਡੀਆ ਦੇ ਵਿੱਚ, ਇੰਡੀਆ ਦੇ ਕਿਹਾ ਯਾਰ ਪੂਰੇ ਵਰਲਡ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਇੱਕ ਗ੍ਰੰਥ ਮਿਲਦਾ ਨਾ ਜਿਹਦੇ ਵਿੱਚ ਡਾਂਸਿਸ ਵਗੈਰਾ ਦਾ ਜ਼ਿਕਰ ਹੈਗਾ ਆ, ਉਹ ਹੈ ਨਾਟਯ ਸ਼ਾਸਤਰ, ਠੀਕ ਹੈ। ਨਾਟਯ ਸ਼ਾਸਤਰ ਜਿਹੜਾ ਉਹ ਮਹਾਰਿਸ਼ੀ ਜਾਂ ਭਰਤ ਮੁਨੀ, ਠੀਕ ਹੈ, ਜਾਂ ਲਗਦ ਮੁਨੀ ਵੀ ਕਿਹਾ ਜਾਂਦਾ, ਉਹਨਾਂ ਦੇ ਦੁਆਰਾ ਲਿਖਿਆ ਗਿਆ ਇੱਕ ਗ੍ਰੰਥ ਹੈ ਜਿਹਦੇ ਚ ਅਲੱਗ-ਅਲੱਗ ਤਰ੍ਹਾਂ ਦੇ ਡਾਂਸ, ਮੁਦਰਾਵਾਂ, ਐਕਸਪ੍ਰੈਸ਼ਨ ਦਾ ਸਾਨੂੰ ਪਤਾ ਲੱਗਦਾ ਹੈ, ਠੀਕ ਹੈ। ਤਾਂ ਇਹ ਯਾਦ ਰੱਖੋ। ਬਾਕੀ ਜੇ ਆਪਾਂ ਗੱਲ ਕਰੀਏ ਆਪਣੇ ਇੰਡੀਆ ਦੇ ਵਿੱਚ ਕਲਾਸੀਕਲ ਡਾਂਸ ਦੀ, ਤਾਂ ਮਿਨਿਸਟਰੀ ਆਫ ਕਲਚਰ ਨੇ 9 ਡਾਂਸਾਂ ਨੂੰ ਕਲਾਸੀਕਲ ਡਾਂਸ ਕਿਹਾ। ਮਤਲਬ ਆਪਣੀ ਜਿਹੜੀ ਸੱਭਿਆਚਾਰਕ ਮਿਨਿਸਟਰੀ ਹੈ, ਮਿਨਿਸਟਰੀ ਆਫ ਕਲਚਰ ਹੈ, ਉਹਨੇ 9 ਡਾਂਸਿਸ ਆ ਜਿਹੜੇ ਆਪਣੇ ਇੰਡੀਆ ਦੇ, ਉਹਨਾਂ ਨੂੰ ਕਲਾਸੀਕਲ ਡਾਂਸ ਦਾ ਦਰਜਾ ਦਿਆ ਹੋਇਆ। ਉਹਨਾਂ ਦੀ ਤੁਸੀਂ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿਹੜੇ-ਕਿਹੜੇ ਆ, ਉਹ ਵੀ ਆਪਾਂ ਅੱਗੇ ਪੜਾਂਗੇ। ਬਟ ਇਸ ਤੋਂ ਇਲਾਵਾ ਆਪਣੀ ਇੱਕ ਸੰਗੀਤ ਨਾਟਕ ਅਕੈਡਮੀ ਵੀ ਹੈਗੀ ਆ, ਉਹਨਾਂ ਨੇ 8 ਨੂੰ ਕਿਹਾ ਹੋਇਆ ਕਲਾਸੀਕਲ ਡਾਂਸ। ਤਾਂ ਬਹੁਤ ਸਾਰੇ ਮੈਂ YouTube ਚੈਨਲ ਦੇਖੇ ਆ ਸਟੱਡੀ ਵਾਲੇ, ਉਹ ਵਿਚਾਰੇ ਖੁਦ ਹੀ ਕਨਫਿਊਜ਼ ਹੈ, ਹਨਾ। ਜੇ ਤੁਸੀਂ ਦੇਖੋਗੇ ਉਹ ਕਹਿੰਦੇ ਆ ਵੀ ਕਲਾਸੀਕਲ ਡਾਂਸ ਕਿੰਨੇ ਆ, ਤਾਂ ਉਹ 8 ਕਹਿੰਦੇ ਆ, ਕੋਈ 9 ਕਹਿ ਰਿਹਾ। ਮੈਂ ਤੁਹਾਨੂੰ ਸਿੰਪਲ ਜਿਹਾ ਮੈਥਡ ਦੱਸਦਾ ਯਾਦ ਕਰਨ ਦਾ। ਜੇ ਤੁਹਾਨੂੰ ਕੁਐਸਚਨ ਦੇ ਵਿੱਚ ਪੁੱਛਿਆ ਹੋਵੇ ਭਾਰਤ ਦੇ ਕਿੰਨੇ ਕਲਾਸੀਕਲ ਡਾਂਸ ਹੈ, ਜੇ ਆਪਸ਼ਨ ਦੇ ਵਿੱਚ 9 ਹੈਗਾ ਤਾਂ ਰਾਈਟ ਆਨਸਰ 9 ਹੀ ਹੁੰਦਾ ਹੈ,
ठीक है, ये मैं आंसर की ਦੇ ਹਿਸਾਬ ਨਾਲ ਕਹਿ ਰਿਹਾ, ਜਿਵੇਂ ਕਿਸੇ ਬੋਰਡ ਨੇ ਪੇਪਰ ਲਿਆ, ਮੰਨ ਲਓ ਐਸਐਸਸੀ ਨੇ ਪੇਪਰ ਲਿਆ ਹੈ ਨਾ, ਉਹ 9 ਵਾਲੇ ਆਨਸਰ ਨੂੰ ਹੀ ਉਹਨਾਂ ਨੇ ਠੀਕ ਕਰਿਆ ਹੋਇਆ, ਠੀਕ ਹੈ ਜੀ, ਕਿਉਂਕਿ ਮਿਨਿਸਟਰੀ ਆਫ ਕਲਚਰ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ 9 ਡਾਂਸ ਹੈਗੇ ਆ, ਤੁਸੀਂ ਖੁਦ ਵੀ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ, ਠੀਕ ਹੈ। ਜੇ ਉਹ ਸਪੈਸ਼ਲੀ ਪੁੱਛ ਰਿਹਾ ਕਿ ਸੰਗੀਤ ਨਾਟਕ ਅਕੈਡਮੀ ਨੇ ਕਿੰਨੇ ਨੂੰ ਕਿਹਾ ਆ ਕਲਾਸੀਕਲ ਡਾਂਸ ਕਿੰਨੇ ਡਾਂਸਰ ਨੂੰ ਕਿਹਾ, ਤਾਂ ਤੁਸੀਂ 8 ਕਹਿ ਸਕਦੇ ਹੋ, ਬਟ ਜੇ ਤੁਹਾਨੂੰ ਡਾਇਰੈਕਟ ਪੁੱਛਦੇ ਆ ਕਿ ਇੰਡੀਆ ਦੇ ਕਿੰਨੇ ਕਲਾਸੀਕਲ ਡਾਂਸਰ ਨੇ ਤਾਂ 9 ਨੇ ਬਾਈ, ਓਕੇ, ਯਾਦ ਰੱਖਣਾ ਸਾਰਿਆਂ ਨੇ, ਕਨਫਿਊਜ਼ਨ ਨਹੀਂ ਰੱਖਣੀ ਆਪਣੇ ਮਾਈਂਡ ਦੇ ਵਿੱਚ, ਠੀਕ ਹੈ। ਕਿਹੜੇ ਕਿਹੜੇ 9 ਡਾਂਸ ਹੈ, ਇਹ ਸਿੰਪਲ ਆਪਣੇ 9 ਡਾਂਸ ਹੈਗੇ ਆ, ਸਕਰੀਨਸ਼ਾਟ ਲੈ ਸਕਦੇ ਹੋ, ਡਾਂਸ ਦਾ ਨਾਂ ਤੇ ਸਟੇਟ ਦਾ ਨਾਮ ਇੱਥੇ ਲਿਖਿਆ ਹੋਇਆ, ਠੀਕ ਹੈ। ਇੱਕ ਗੱਲ, ਇਹਨਾਂ ਦੇ ਉੱਤੇ ਕੁਐਸਚਨ ਕੀ ਆਉਂਦਾ ਹੈ, ਜਿਹੜਾ ਸਭ ਤੋਂ ਸਿੰਪਲ ਕੁਐਸਚਨ ਬਣਦਾ ਹੈ ਹਨਾ, ਉਹ ਤਾਂ ਇਹੀ ਬਣਦਾ ਹੈ ਕਿ ਭਰਤਨਾਟਿਅਮ ਕਿਹੜੇ ਰਾਜ ਦਾ ਸ਼ਾਸਤਰੀय ਨ੍ਰਿਤ ਹੈ ਜਾਂ ਕਿਹੜੇ ਰਾਜ ਦਾ ਕਲਾਸੀਕਲ ਡਾਂਸ ਹੈ, ਠੀਕ ਹੈ। ਇਹ ਬਿਲਕੁਲ ਸਭ ਤੋਂ ਸਿੰਪਲ ਕੁਐਸਚਨ ਹੈ। ਇਸ ਤੋਂ ਇਲਾਵਾ ਥੋੜਾ ਜਿਹਾ ਕੁਐਸਚਨ ਦਾ ਲੈਵਲ ਅਗਰ ਚੱਕਣਾ ਹੋਵੇ ਹਨਾ, ਤਾਂ ਉਹ ਕੀ ਕਰਦੇ ਆ, 4 ਡਾਂਸ ਲਿਖ ਦੇਣਗੇ, ਇਹਨਾਂ ਦੇ ਵਿੱਚ ਮਤਲਬ 3 ਕਲਾਸੀਕਲ ਡਾਂਸ ਹੋਣਗੇ, ਚੌਥਾ ਕੋਈ ਆਪਣਾ ਮਤਲਬ ਮੰਨ ਲਓ ਭੰਗੜਾ ਵਿੱਚ ਪਾਤਾ ਹਨਾ, ਕਹਿ ਦੇਣਗੇ ਇਹਨਾਂ 4 ਵਿੱਚੋਂ ਕਿਹੜਾ ਇੰਡੀਆ ਦਾ ਕਲਾਸੀਕਲ ਡਾਂਸ ਨਹੀਂ ਆਂਦਾ, ਜਾਂ ਮਿਨਿਸਟਰੀ ਆਫ ਕਲਚਰ ਦੇ ਅਕੋਰਡਿੰਗ ਇਹਨਾਂ ਵਿੱਚੋਂ ਕਿਹੜਾ ਕਲਾਸੀਕਲ ਡਾਂਸ ਨਹੀਂ ਹੈਗਾ, ਨਹੀਂ ਦੇ ਉੱਤੇ ਕੁਐਸਚਨ ਉਹ ਪੁੱਛਦੇ ਆ। ਇਸ ਤੋਂ ਬਾਅਦ ਜੇ ਲੈਵਲ ਹੋਰ ਉੱਪਰ ਚੱਕਣਾ ਹੋਵੇ ਹਨਾ, ਮੰਨ ਲਓ ਤੁਸੀਂ ਸਬ ਇੰਸਪੈਕਟਰ ਵਗੈਰਾ ਜਾਂ ਕੋਆਪਰੇਟਿਵ ਬੈਂਕ ਇੰਸਪੈਕਟਰ ਹੈ ਜਿਹੜਾ ਸੁਸਾਇਟੀ ਵਾਲਾ ਹਨਾ, ਜਾਂ ਨਾਇਬ ਤਹਿਸੀਲਦਾਰ ਵਾਲਾ ਐਗਜ਼ਾਮ ਹੈ, ਉਹਨਾਂ ਦੇ ਵਿੱਚ ਇਹਨਾਂ ਡਾਂਸਿਸ ਦੀ ਡਿਟੇਲ ਵੀ ਆ ਜਾਂਦੀ ਹੈ, ਇਹਨਾਂ ਦੀ ਡਿਟੇਲ ਵੀ ਆ ਜਾਂਦੀ ਹੈ ਹਨਾ, ਉਹ ਡਿਟੇਲ ਵੀ ਆਪਾਂ ਅੱਗੇ ਪੜਾਂਗੇ। ਹੁਣ ਮੈਂ ਤੁਹਾਨੂੰ ਇੱਥੇ ਸਾਰਾ ਕਰਾਉਂ, ਇਹ ਡਾਂਸ ਵੀ ਯਾਦ ਕਰਾਉਂ ਤੁਹਾਨੂੰ ਬਾਈ ਟ੍ਰਿਕ। ਇਸ ਤੋਂ ਇਲਾਵਾ ਆਪਾਂ ਕੱਲੇ ਡਾਂਸ ਨੂੰ ਵੀ ਪੜਾਂਗੇ ਕਿ ਭਰਤਨਾਟਿਅਮ ਕਿਹੜਾ ਹੈ, ਠੀਕ ਹੈ, ਕਥਕ ਕੀ ਹੁੰਦਾ ਹੈ, ਕਥਕਲੀ ਕੀ ਹੁੰਦਾ ਹੈ। ਤੁਸੀਂ ਆਪਣੀ ਨੌਲੇਜ ਵਾਸਤੇ ਨੋਟਸ ਬਣਾ ਸਕਦੇ ਹੋ, ਜਾਂ ਫਿਰ ਤੁਸੀਂ ਆਪਣੇ ਐਗਜ਼ਾਮ ਦੇ ਹਿਸਾਬ ਨਾਲ ਨੋਟਸ ਬਣਾ ਸਕਦੇ ਹੋ, ਠੀਕ ਹੈ। ਮਤਲਬ ਤੁਹਾਨੂੰ ਆਪਣੀ ਜੇ ਨੌਲੇਜ ਇੰਪਰੂਵ ਕਰਨੀ ਹੈ, ਮੰਨ ਲਓ ਤੁਸੀਂ ਤਿਆਰੀ ਕਰ ਰਹੇ ਹੋ ਸਿਰਫ ਕਾਂਸਟੇਬਲ ਦੀ, ਬਟ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨੌਲੇਜ ਵਾਸਤੇ ਇਹ ਵਧੀਆ ਹੈ, ਵੀ ਤੁਹਾਨੂੰ ਪਤਾ ਲੱਗੇ ਕਿ ਭਰਤਨਾਟਿਅਮ ਕਦੋਂ ਸ਼ੁਰੂ ਹੋਇਆ ਜਾਂ ਕਥਕ ਕਿੱਥੇ ਹੁੰਦਾ ਹੈ, ਕੀ ਹੁੰਦਾ ਹੈ ਕਥਕ ਦੇ ਵਿੱਚ, ਤਾਂ ਤੁਸੀਂ ਨੋਟਸ ਬਣਾ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਆਪਣਾ ਸਿੰਪਲ ਵੇ ਹੈ ਕਿ ਬਸ ਮੈਨੂੰ ਪਤਾ ਲੱਗ ਜਾਏ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਕਿੱਦਾਂ ਆਉਂਦਾ ਹੈ, ਵੀ ਮੇਰਾ ਤਾਂ ਬਸ 10th +2 ਬੇਸ ਤੇ ਐਗਜ਼ਾਮ ਹੈ ਬਸ, ਤਾਂ ਬਸ ਤੁਸੀਂ ਇਹਦਾ ਸਕਰੀਨਸ਼ਾਟ ਲਾਓ, ਇਹ ਯਾਦ ਕਰੋ, ਇਹ ਕਲਾਸੀਕਲ ਡਾਂਸ ਹੈ 9 ਆਪਣੇ ਇੰਡੀਆ ਦੇ, ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ ਬਾਈ ਟ੍ਰਿਕ। ਵੈਸੇ ਤਾਂ ਬੱਚਿਆਂ ਨੂੰ ਇਹ ਯਾਦ ਹੀ ਹੁੰਦੇ ਆ, ਬਟ ਫਿਰ ਵੀ ਮੈਂ ਆਪਣੇ ਵੱਲੋਂ ਐਫਰਟ ਕਰਾਂਗਾ ਕਿ ਤੁਹਾਨੂੰ ਬਾਈ ਟ੍ਰਿਕ ਯਾਦ ਕਰਾਵਾਂ, ਕਿਉਂਕਿ ਕੁਝ ਸਟੂਡੈਂਟ ਹੈ ਜਿਹੜੇ ਕਾਫੀ ਨਏ ਨੇ, ਤਾਂ ਉਹਨਾਂ ਨੂੰ ਆਪਾਂ ਇਹ ਬਾਈ ਟ੍ਰਿਕ ਯਾਦ ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਹੈ ਜੀ ਭਰਤਨਾਟਿਅਮ, ਇਹ ਕਿਹੜੀ ਸਟੇਟ ਦਾ ਹੈ, ਤਾਮਿਲਨਾਡੂ ਦਾ। ਤਾਂ ਇਹਨੂੰ ਦੇਖੋ ਆਪਾਂ ਸਿੰਪਲ ਯਾਦ ਰੱਖ ਸਕਦੇ ਹਾਂ, ਆਪਾਂ ਪੰਜਾਬ ਦੇ ਵਿੱਚ ਕਹਿੰਦੇ ਨਹੀਂ ਆ ਤੂੰ ਜ਼ਿਆਦਾ ਨਾਡੂ ਖਾ ਲੱਗਿਆ ਹੈ ਨਾ, ਤੂੰ ਵੱਡਾ ਨਾਡੂ ਖਾਇਆ ਨਾ, ਬਾਹਰ ਮਿਲ, ਠੀਕ ਹੈ। ਤਾਂ ਨਾਡੂ ਬਾਹਰ ਮਿਲ ਹੈ ਨਾ, ਨਾਡੂ ਖਾਂ ਬਾਹਰ ਮਿਲ, ਤਾਂ ਭਰਤਨਾਟਿਅਮ ਕਿੱਥੋਂ ਦਾ ਹੋ ਗਿਆ, ਨਾਡੂ ਦਾ ਯਾਨੀ ਤਾਮਿਲਨਾਡੂ ਦਾ, ਠੀਕ ਹੈ। ਇਹਨੂੰ ਆਪਾਂ ਇਦਾਂ ਯਾਦ ਰੱਖ ਸਕਦੇ ਹਾਂ ਬਾਈ। ਦੂਜਾ ਕੀ ਹੈ, ਕਥਕ ਕਿਹੜੀ ਸਟੇਟ ਦਾ ਹੈ, ਉੱਤਰ ਪ੍ਰਦੇਸ਼ ਦਾ। ਕਥਕ ਕਿਹੜੀ ਸਟੇਟ ਦਾ ਹੈ, ਉੱਤਰ ਪ੍ਰਦੇਸ਼ ਦਾ। ਤਾਂ ਤੁਸੀਂ ਇਹਨੂੰ ਵੈਸੇ ਤਾਂ ਇੰਨਾ ਹਾਰਡ ਹੈਗਾ ਨਹੀਂ, ਬਟ ਫਿਰ ਵੀ ਦੇਖੋ ਸਿੰਪਲ ਜੀ ਟ੍ਰਿਕ ਹੈ ਇਹਦੀ ਕਿ ਪੌੜੀਆਂ ਮਤਲਬ ਆਪਣੀ ਜਿਹੜੀ ਸਟੇਅਰਸ ਹੁੰਦੀਆਂ ਹਨ ਪੌੜੀਆਂ, ਵੀ ਪੌੜੀਆਂ ਇੰਨੀ ਜ਼ਿਆਦਾ ਸੀ ਕਿ ਉਤਰਦੇ ਥੱਕ ਗਏ, ਮਤਲਬ ਉਤਰਦੇ ਥੱਕ ਗਏ। ਤਾਂ ਸਿੰਪਲ ਹੈ, ਕਥਕ ਕਿੱਥੋਂ ਦਾ ਹੈ, ਉੱਤਰ ਪ੍ਰਦੇਸ਼ ਦਾ, ਠੀਕ ਹੈ ਜੀ। ਇਸ ਤੋਂ ਬਾਅਦ ਤੁਸੀਂ ਦੇਖੋ ਕਥਕ ਕਲੀ, ਇਹ ਕੇਰਲ ਦਾ ਹੈ। ਦੋਹਾਂ ਦੇ ਵਿੱਚ ਫਰਕ ਹੈ, ਜੇ ਕਥਕ ਪੁੱਛਿਆ ਜਾਵੇ ਤਾਂ ਉੱਤਰ ਪ੍ਰਦੇਸ਼ ਹੈ, ਜੇ ਕਥਕ ਕਲੀ, ਇਹ ਕਲੀ ਵਰਡ ਐਡ ਹੋ ਗਿਆ ਹੈ ਨਾ, ਤਾਂ ਉਹ ਕੇਰਲ ਦਾ ਹੈ। ਤਾਂ ਤੁਸੀਂ ਇਹਨੂੰ ਵੀ ਯਾਦ ਰੱਖ ਸਕਦੇ ਹੋ ਕਿ ਥੱਕਣ ਤੋਂ ਬਾਅਦ ਉਹਨੇ ਕਰੇਲੇ ਦੀ ਕਲੀ ਹੈ ਜਿਹੜੀ ਉਹ ਖਾਈ, ਬਸ ਸਿੰਪਲ ਹੈ ਨਾ, ਥੱਕੇ ਸੀ ਨਾ ਜ਼ਿਆਦਾ ਤਾਂ ਉਹਨੇ ਕਰੇਲੇ ਦੀ ਕਲੀ ਖਾਈ, ਕਰੇਲੇ ਦੀ ਕਲੀ। ਜੇ ਤੁਹਾਨੂੰ ਕਥਕ ਕਲੀ ਆਵੇ ਤਾਂ ਇਹਦਾ ਮਤਲਬ ਕੀ ਹੈ, ਕਲੀ ਵਰਡ ਦੇ ਨਾਲ ਕੀ ਚੀਜ਼ ਅਟੈਚ ਹੈ, ਕਰੇਲਾ ਯਾਨੀ ਕੇਰਲਾ, ਠੀਕ ਹੈ ਨਾ। ਤਾਂ ਓਕੇ ਬਈ, ਇਹ ਯਾਦ ਰੱਖਣਾ ਆਪਣਾ। ਦੂਜਾ ਡਾਂਸ ਹੈਗਾ ਹੈ ਜੀ ਮੋਹਿਨੀ ਅੱਟਮ। ਮੋਹਿਨੀ ਅੱਟਮ ਕਿਹੜੀ ਸਟੇਟ ਦਾ ਹੈ, ਮੋਹਿਨੀ ਅੱਟਮ ਵੀ ਕੇਰਲਾ ਸਟੇਟ ਦਾ ਹੈ। ਤਾਂ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਕਿ ਮੋਹਿਨੀ ਹੈ ਜਿਹੜੀ, ਮੋਹਿਨੀ ਕਿਸੇ ਕੁੜੀ ਦਾ ਨਾਮ ਹੈ, ਠੀਕ ਹੈ ਨਾ। ਮੋਹਿਨੀ ਨੇ ਅੱਟਮ ਦਾ ਤੁਸੀਂ ਆਟਾ ਵਰਡ ਅਟੈਚ ਕਰ ਸਕਦੇ ਹੋ ਕਿ ਮੋਹਿਨੀ ਨੇ ਆਟੇ ਦੇ ਵਿੱਚ ਕਰੇਲਾ ਮਿਕਸ ਕਰਤਾ, ਮੋਹਿਨੀ ਨੇ ਆਟੇ ਦੇ ਵਿੱਚ ਕਰੇਲੇ ਆ ਜਿਹੜੇ ਉਹ ਮਿਕਸ ਕਰਤੇ, ਠੀਕ ਹੈ ਨਾ। ਮੋਹਿਨੀ ਅੱਟਮ ਕਿੱਥੇ ਦਾ ਹੋ ਗਿਆ ਹੁਣ ਡਾਂਸ, ਕੇਰਲਾ ਦਾ ਹੋ ਗਿਆ, ਕਲੀਅਰ ਹੈ ਬਈ। ਬਾਕੀ ਇਹ ਸਿੰਪਲ ਹੈ। ਓਡੀਸੀ ਡਾਂਸ ਕਿੱਥੇ ਦਾ, ਓਡੀਸ਼ਾ ਹੋ ਗਿਆ। ਕੁਚੀਪੁੜੀ ਡਾਂਸ ਹੈ ਜਿਹੜਾ ਉਹ ਕਿੱਥੇ ਦਾ ਹੈ, ਆਂਧਰਾ ਪ੍ਰਦੇਸ਼ ਦਾ। ਕੁਚੀਪੁੜੀ ਕਿੱਥੇ ਦਾ, ਆਂਧਰਾ ਪ੍ਰਦੇਸ਼ ਦਾ। ਤਾਂ ਇਹਨੂੰ ਬੜਾ ਸਿੰਪਲ ਹੀ ਤੁਸੀਂ ਯਾਦ ਰੱਖ ਸਕਦੇ ਹੋ ਕਿ ਜਿਹੜਾ ਵੀ ਅੰਧਾ ਵਿਅਕਤੀ ਹੈ ਹਨਾ, ਅੰਧੇ ਵਿਅਕਤੀ ਨੂੰ ਵਿਚਾਰੇ ਨੂੰ ਕੀ ਪਤਾ ਕਿ ਕੋਈ ਚੀਜ਼ ਜਿਹੜੀ ਉਹ ਖਾ ਰਿਹਾ ਹੋਵੇ ਕੱਚੀ ਹੈ ਕਿ ਪੱਕੀ ਹੈ ਹਨਾ, ਤਾਂ ਉਹਨੂੰ ਕਿਸੇ ਨੇ ਕੱਚੀ ਪੂੜੀਆਂ ਦੇਤੀ, ਕੱਚੀ ਪੂੜੀਆਂ ਹਨਾ, ਕੱਚੀ ਪੂੜੀਆਂ ਜਿਹੜੀ ਆਪਾਂ ਖਾਂਦੇ ਆ ਨਾ ਪੂੜੀਆਂ, ਤਾਂ ਕੱਚੀ ਪੂੜੀਆਂ ਉਹਨੂੰ ਦੇਤੀ ਅੰਧੇ ਵਿਅਕਤੀ ਨੂੰ। ਤਾਂ ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ, ਕੱਚੀ ਪੂੜੀ ਆਂਧਰਾ ਮਤਲਬ ਆਂਧਰਾ ਪ੍ਰਦੇਸ਼, ਠੀਕ ਹੈ। ਬਾਕੀ ਨੈਕਸਟ ਸਿੰਪਲ ਹੈ, ਮਨੀਪੁਰੀ ਡਾਂਸ ਕਿੱਥੋਂ ਦਾ ਹੈ, ਮਨੀਪੁਰ ਦਾ, ਓਕੇ। ਉਸ ਤੋਂ ਇਲਾਵਾ ਇਹ ਬਹੁਤ ਇੰਪੋਰਟੈਂਟ ਹੈ ਬਈ, ਵੈਸੇ ਤਾਂ ਇੰਪੋਰਟੈਂਟ ਹੈ ਸਾਰੇ ਹੀ ਹੈ। ਛਤਰੀਆ ਵਰਡ ਯਾਦ ਰੱਖਣਾ ਆਪਾਂ ਨੇ,
ਸਤਰੀਆ। ਸਤਰੀਆ ਕਿਹੜੀ ਸਟੇਟ ਦਾ ਡਾਂਸ ਹੈ? ਅਸਾਮ ਦਾ। ਸਤਰੀਆ ਕਿਹੜੀ ਸਟੇਟ ਦਾ ਡਾਂਸ ਹੈ? ਅਸਾਮ ਦਾ। ਇਹਨੂੰ ਵੀ ਆਪਾਂ ਸਿੰਪਲੀ ਤਰੀਕੇ ਨਾਲ ਯਾਦ ਰੱਖ ਸਕਦੇ ਹਾਂ। ਦੇਖੋ ਸਤਰੀਏ ਨੂੰ ਤੁਸੀਂ ਪੜੋ 70, ਠੀਕ ਹੈ ਨਾ, ਸਤਰੀਏ ਨੂੰ ਪੜੋ ਤੁਸੀਂ 70, ਤੇ ਇਹ ਕਹਿ ਸਕਦੇ ਹੋ ਕਿ ਵੀ 70 ਨੰਬਰ ਕੁਐਸਚਨ ਹੈ ਨਾ ਪੇਪਰ ਦੇ ਵਿੱਚ ਬੜਾ ਆਸਾਨ ਸੀ, ਹਨਾ। 70 ਨੰਬਰ ਕੁਐਸਚਨ ਪੇਪਰ ਦੇ ਵਿੱਚ ਬੜਾ ਆਸਾਨ ਸੀ, ਬੜਾ ਈਜ਼ੀ ਸੀ। ਤਾਂ ਆਸਾਨ ਮਤਲਬ ਅਸਾਮ, ਤਾਂ ਸਤਰੀਏ ਦਾ ਹੋ ਗਿਆ ਅਸਾਮ, ਠੀਕ ਹੈ। ਇੱਕ ਤਾਂ ਇਹ ਟ੍ਰਿਕ ਹੋ ਗਈ। ਇਸ ਤੋਂ ਇਲਾਵਾ ਇੱਕ ਟ੍ਰਿਕ ਹੋਰ ਹੈ, ਉਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਜਿਵੇਂ ਸਤਰੀਆ, ਠੀਕ ਹੈ ਨਾ। ਦੂਜੀ ਟ੍ਰਿਕ ਕੀ ਹੈ? ਸਤਰੀਆ। ਦੇਖੋ ਸਤਰੀਆ ਨੂੰ ਤੁਸੀਂ ਪੜੋ ਸਰਤੀਆ, ਹੈ ਨਾ, ਸਰਤੀਆ, ਵੀ ਸ਼ਰਤ ਲਾ ਕੇ ਗੱਲ ਕਹਿਣੀ ਹੈ, ਸਰਤੀਆ। ਤਾਂ ਬਈ ਇੱਕ ਟ੍ਰਿਕ ਇਹਦੀ ਆਪਾਂ ਇਹ ਬਣਾਈ ਹੈ ਕਿ ਸਰਤੀਆ ਗੱਲ ਹੈ, ਜਦੋਂ ਤੁਸੀਂ ਪ੍ਰਤਾਪ ਅਕੈਡਮੀ ਦਾ ਪ੍ਰਤਾਪੀ ਬੈਚ ਲਓਗੇ ਤਾਂ ਪੇਪਰ ਤੁਹਾਨੂੰ ਆਸਾਨ ਲੱਗੂਗਾ, ਹਨਾ। ਸਰਤੀਆ ਗੱਲ ਹੈ, ਸਰਤੀਆ ਗੱਲ ਹੈ, ਪ੍ਰਤਾਪੀ ਬੈਚ ਲਓਗੇ ਤਾਂ ਤੁਹਾਨੂੰ ਪੇਪਰ ਹੈ ਜਿਹੜਾ ਬੜਾ ਆਸਾਨ ਲੱਗੂਗਾ। ਓਕੇ, ਤਾਂ ਇਹ ਹੋ ਗਈ ਟ੍ਰਿਕ ਬਈ। ਉਸ ਤੋਂ ਇਲਾਵਾ 9ਵਾਂ ਹੈ ਛਊ ਡਾਂਸ। ਕਿਹੜਾ ਹੈ? ਛਊ ਡਾਂਸ। ਤਾਂ ਛਊ ਡਾਂਸ ਹੈ ਜਿਹੜਾ ਨਾ, ਇਹ ਬੇਸਿਕਲੀ ਟ੍ਰਾਈਬਲ ਪੀਪਲ ਦੇ ਦੁਆਰਾ ਕਰਿਆ ਜਾਂਦਾ, ਜਿਹੜੇ ਆਦੀਵਾਸੀ ਜਨਜਾਤੀ ਦੇ ਲੋਕ ਹੈ ਨਾ। ਤਾਂ ਉਹ ਜਿਹੜੀ ਸਟੇਟ ਦੇ ਵਿੱਚ ਰਹਿੰਦੇ ਆ, ਉਹ ਜਿਵੇਂ ਓਡੀਸ਼ਾ ਦੇ ਵਿੱਚ ਰਹਿੰਦੇ ਆ, ਥੋੜੇ ਜਿਹੇ ਝਾਰਖੰਡ ਤੇ ਥੋੜੇ ਜਿਹੇ ਵੈਸਟ ਬੰਗਾਲ, ਉਹਨਾਂ ਦੁਆਰਾ ਹੀ ਕਰਿਆ ਜਾਂਦਾ। ਤੇ ਮਤਲਬ ਛਊ ਦਾ ਮਤਲਬ ਹੁੰਦਾ ਹੈ ਮਾਸਕ, ਠੀਕ ਹੈ ਨਾ। ਤਾਂ ਇਹਦੀ ਬੜੀ ਸਿੰਪਲ ਜੀ ਟ੍ਰਿਕ ਹੈ। ਦੇਖੋ ਛਊ ਦਾ ਮਤਲਬ, ਛਊ ਨੂੰ ਤੁਸੀਂ ਪੜੋ ਛੂ ਮੰਤਰ, ਛੂ, ਹਨਾ, ਛੂ ਮੰਤਰ। ਤਾਂ ਤੁਸੀਂ ਕਹਿ ਸਕਦੇ ਹੋ ਕਿ ਕੋਈ ਪੰਛੀ ਸੀਗਾ, ਕੋਈ ਵੀ ਪੰਛੀ ਸੀਗਾ, ਉਹ ਝਾੜੀਆਂ ਤੇ ਬੈਠਾ ਸੀ, ਝਾਰਖੰਡ ਮਤਲਬ ਝਾੜੀਆਂ ਤੇ ਬੈਠਾ ਸੀ, ਤੇ ਥੋੜੀ ਹੀ ਦੇਰ ਵਿੱਚ ਉਹ ਉੜ ਗਿਆ, ਛੂ ਮੰਤਰ ਹੋ ਗਿਆ। ਥੋੜੀ ਹੀ ਦੇਰ ਵਿੱਚ ਉਹ ਉੜ ਗਿਆ, ਛੂ ਮੰਤਰ ਹੋ ਗਿਆ, ਉੜ ਗਿਆ ਤਾਂ ਉੜੀਸਾ ਹੋ ਗਿਆ, ਛੂ ਮੰਤਰ ਹੋ ਗਿਆ ਤੇ ਬੰਗਾਲ ਪਹੁੰਚ ਗਿਆ। ਕਿੱਥੇ ਪਹੁੰਚ ਗਿਆ? ਬੰਗਾਲ। ਕੋਈ ਪੰਛੀ ਸੀਗਾ, ਝਾੜੀਆਂ ਤੇ ਬੈਠਿਆ ਸੀ, ਥੋੜੀ ਹੀ ਦੇਰ ਵਿੱਚ ਛੂ ਮੰਤਰ ਹੋ ਕੇ ਉੜ ਗਿਆ ਤੇ ਬੰਗਾਲ ਪਹੁੰਚ ਗਿਆ। ਤਾਂ ਇਦਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਇੰਨੇ ਔਖੇ ਵੀ ਨਹੀਂ ਹੈਗੇ ਯਾਰ, ਜੇ ਤੁਸੀਂ ਡੇਲੀ ਪ੍ਰੈਕਟਿਸ ਕਰ ਰਹੇ ਹੋ ਤਾਂ ਬਿਨਾਂ ਟ੍ਰਿਕ ਵੀ ਇਹ ਯਾਦ ਹੋ ਜਾਂਦੇ ਆ, ਠੀਕ ਹੈ ਨਾ। ਕਿਉਂਕਿ ਜੇ ਤੁਸੀਂ ਆਪਣੀ ਟ੍ਰਿਕ ਬਣਾ ਕੇ ਜਾਂ ਆਪਣੇ ਹਿਸਾਬ ਨਾਲ ਯਾਦ ਕਰੋਗੇ ਤਾਂ ਤੁਹਾਨੂੰ ਸਾਰੀ ਜ਼ਿੰਦਗੀ ਯਾਦ ਰਹਿਣਗੇ। ਤਾਂ ਆਪਣੇ ਵੱਲੋਂ ਵੀ ਤੁਸੀਂ ਟ੍ਰਿਕ ਬਣਾਇਆ ਕਰੋ, ਆਪਣੇ ਵੱਲੋਂ ਵੀ ਐਫਰਟ ਲਾਇਆ ਕਰੋ, ਠੀਕ ਹੈ। ਚਲੋ ਜੀ, ਹੁਣ ਇਹਨੂੰ ਆਪਾਂ ਥੋੜੀ ਡਿਟੇਲ ਦੇ ਵਿੱਚ ਦੇਖਦੇ ਹਾਂ। ਜਿਵੇਂ ਭਰਤਨਾਟਿਅਮ ਹੋ ਗਿਆ, ਹਨਾ, ਭਰਤਨਾਟਿਅਮ ਤਾਮਿਲਨਾਡੂ, ਹਨਾ ਜੀ। ਤਾਂ ਇਹ ਦੇਖੋ, ਇਹ ਜਿਹੜਾ ਡਾਂਸ ਹੈ, ਇਹ ਤਾਂ ਆਪਾਂ ਨੂੰ ਪਤਾ ਲੱਗਿਆ ਨਾ ਤਾਮਿਲਨਾਡੂ ਦਾ। ਇਸ ਡਾਂਸ ਨੂੰ ਪਹਿਲਾਂ ਸਦੀਰਾਟਮ ਕਿਹਾ ਜਾਂਦਾ ਸੀਗਾ ਬਈ, ਠੀਕ ਹੈ। ਕਿਉਂਕਿ ਇਹ ਡਾਂਸ ਹੈ ਜਿਹੜਾ ਸਾਊਥ ਦੇ ਵਿੱਚ, ਮੇਨਲੀ ਤਾਮਿਲਨਾਡੂ ਦੇ ਵਿੱਚ ਮੰਦਰਾਂ ਦੇ ਵਿੱਚ ਜਿਹੜੀ ਦਾਸੀਆਂ ਰਹਿੰਦੀ ਸੀ, ਉਹਨਾਂ ਦੁਆਰਾ ਹੀ ਕਰਿਆ ਜਾਂਦਾ ਸੀਗਾ। ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਇਹ ਡਾਂਸ ਹੈ ਕਰਿਆ ਜਾਂਦਾ ਸੀ, ਠੀਕ ਹੈ। ਬਟ ਬਾਅਦ ਦੇ ਵਿੱਚ 1932 ਦੇ ਆਸ-ਪਾਸ, ਹਾਲਾਂਕਿ ਇਹ ਸਨ ਆਪਾਂ ਨੇ ਨਹੀਂ ਯਾਦ ਰੱਖਣਾ, ਠੀਕ ਹੈ। ਇੱਕ ਵਿਅਕਤੀ ਹੁੰਦੇ ਬਈ ਏ ਕ੍ਰਿਸ਼ਨ ਅਈਅਰ ਤੇ ਰੁਕਮਣੀ ਦੇਵੀ, ਇਹ ਕੀ ਕਰਦੇ ਆ, ਇਸ ਡਾਂਸ ਨੂੰ ਥੋੜਾ ਬਹੁਤਾ ਕਰੈਕਟ ਕਰਕੇ, ਹਨਾ, ਇਸ ਡਾਂਸ ਦਾ ਨਾਂ ਚੇਂਜ ਕਰਦੇ ਆ ਤੇ ਇਸ ਡਾਂਸ ਨੂੰ ਉਹ ਕਹਿੰਦੇ ਆ ਭਰਤਨਾਟਿਅਮ। ਉਸ ਤੋਂ ਬਾਅਦ ਇਸ ਡਾਂਸ ਨੂੰ ਉਹ ਪੂਰੇ ਮਤਲਬ ਵਰਲਡ ਲੈਵਲ ਤੇ ਫੇਮਸ ਕਰਦੇ ਆ ਭਰਤਨਾਟਿਅਮ ਨੂੰ, ਠੀਕ ਹੈ। ਭਰਤਨਾਟਿਅਮ ਨੂੰ ਪਹਿਲਾਂ ਸਦੀਰਾਟਮ ਕਿਹਾ ਜਾਂਦਾ ਸੀ, ਇਹ ਯਾਦ ਰੱਖ ਸਕਦੇ ਹੋ। ਇਹ ਇੱਕ ਨਾਂ ਇਹਦਾ ਹੋਰ ਸੀਗਾ ਬਈ ਪ੍ਰਤਿਆਰ ਆਟਮ, ਠੀਕ ਹੈ, ਇਹ ਯਾਦ ਰੱਖ ਸਕਦੇ ਹੋ। ਜਾਂ ਫਿਰ ਇੱਕ ਵਰਡ ਹੋਰ ਹੈ ਥਿਵਾਰ ਆਟਮ, ਠੀਕ ਹੈ। ਇਹ ਸਾਰੇ ਇਹਦੇ ਪੁਰਾਣੇ ਨਾਂ ਹੈ। ਹਾਲਾਂਕਿ ਇਹ ਆਪਣੇ ਜਿਹੜੇ ਕਾਂਸਟੇਬਲ ਲੈਵਲ ਵਗੈਰਾ ਦੇ ਹੋਰ ਐਗਜ਼ਾਮ ਇਹਨਾਂ ਦੇ ਵਿੱਚ ਮਤਲਬ ਇਹ ਯਾਦ ਰੱਖਣ ਦੀ ਲੋੜ ਨਹੀਂ, ਹਾਇਰ ਲੈਵਲਸ ਵਾਸਤੇ ਇਹ ਕੁਐਸਚਨ ਬਣਦੇ ਆ, ਠੀਕ ਹੈ। ਤੁਸੀਂ ਬਸ ਇੰਨਾ ਯਾਦ ਰੱਖੋ, ਭਰਤਨਾਟਿਅਮ ਕਿੱਥੇ ਹੈ? ਤਾਮਿਲਨਾਡੂ ਦੇ ਵਿੱਚ ਹੈ, ਜੇ ਤੁਸੀਂ ਕਾਂਸਟੇਬਲ ਦੀ ਜਾਂ +2 ਬੇਸ ਤੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਠੀਕ ਹੈ। ਟੈਂਪਸ ਦੇ ਵਿੱਚ ਇਹ ਕਰੇ ਜਾਂਦੇ ਸੀ, ਸਾਊਥ ਇੰਡੀਆ ਦੇ। ਇਸ ਤੋਂ ਬਾਅਦ ਕੁਝ ਇੰਡੀਆ ਦੇ ਮੋਸਟ ਫੇਮਸ ਡਾਂਸਰ ਹੈ ਇਸ ਫੀਲਡ ਦੇ, ਭਰਤਨਾਟਿਅਮ ਨੂੰ ਕਰਨ ਵਾਲੇ, ਹਨਾ। ਸਭ ਤੋਂ ਪ੍ਰੋਮੀਨੈਂਟ ਡਾਂਸਰਸ ਹੈਗੇ ਆ ਇਸ ਫੀਲਡ ਦੇ, ਇਹ ਤੁਸੀਂ ਜ਼ਰੂਰ ਯਾਦ ਰੱਖਣੇ ਆ। ਯਾਮਿਨੀ ਕ੍ਰਿਸ਼ਨ ਮੂਰਤੀ, ਲక్ష్ਮੀ ਵਿਸ਼ਵਨਾਥਨ ਤੇ ਮਲਿਕਾ ਸਾਰਾਭਾਈ, ਠੀਕ ਹੈ। ਇਹ ਤਿੰਨ ਨਾਂ ਹੈ, ਇਹ ਜ਼ਰੂਰ ਯਾਦ ਰੱਖਣੇ ਆਪਾਂ ਨੇ। ਡਾਇਰੈਕਟ ਕੁਐਸਚਨ ਆ ਜਾਂਦਾ ਹੈ ਕਿ ਮਲਿਕਾ ਸਾਰਾਭਾਈ ਦਾ ਸੰਬੰਧ ਹੈ ਜਿਹੜਾ ਮਲਿਕਾ ਸਾਰਾਭਾਈ ਦਾ ਸੰਬੰਧ ਕਿਹੜੇ ਨਾਸ ਨਾਲ ਹੈ, ਠੀਕ ਹੈ ਨਾ, ਇਦਾਂ ਕੁਐਸਚਨ ਬਣਦਾ ਹੈ। ਉਸ ਤੋਂ ਬਾਅਦ ਵੀ ਕਥਕ, ਕਥਕ ਕਿਹੜੀ ਸਟੇਟ ਦਾ ਹੈ? ਕਥਕ ਉੱਤਰ ਪ੍ਰਦੇਸ਼ ਦਾ। ਕਥਕ ਕਿਹੜੀ ਸਟੇਟ ਦਾ ਡਾਂਸ ਹੈ? ਉੱਤਰ ਪ੍ਰਦੇਸ਼ ਦਾ। ਤੇ ਕਥਕ ਵਰਡ ਹੈ ਜਿਹੜਾ ਉਹ ਕਥਾ ਤੋਂ ਬਣਿਆ, ਕਿਹੜੀ ਸ਼ਬਦ ਤੋਂ ਬਣਿਆ? ਕਥਾ ਤੋਂ, ਠੀਕ ਹੈ ਨਾ। ਵਰਡ ਕਥਕ ਹੈਜ਼ ਬੀਨ ਡਰਾਈਵਡ ਫਰੋਮ ਦਾ ਵਰਡ ਕਥਾ, ਠੀਕ ਹੈ। ਕਥਾ ਮਤਲਬ ਸਟੋਰੀ। ਤਾਂ ਇਹ ਡਾਂਸ ਹੈ ਜਿਹੜਾ ਮੰਦਰਾਂ ਦੇ ਵਿੱਚ ਪਹਿਲਾਂ ਜਾਂ ਫਿਰ ਵਿਲੇजेस ਦੇ ਵਿੱਚ ਅਲੱਗ-ਅਲੱਗ ਡਾਂਸਰਸ ਦੇ ਦੁਆਰਾ, ਮਤਲਬ ਜਿਹੜੀ ਅਲੱਗ-ਅਲੱਗ ਸਟੋਰੀਆਂ ਸੀਗੀ, ਪੁਰਾਣੀਆਂ ਧਾਰਮਿਕ ਸਟੋਰੀਆਂ ਜਾਂ ਬਹਾਦਰੀ ਦੀ ਸਟੋਰੀਆਂ ਸੀਗੀ, ਹਨਾ, ਉਹ ਪ੍ਰਾਚੀਨ, ਹਨਾ, ਸਾਰੀ ਦੀ ਸਾਰੀ ਉਹਨਾਂ ਨੂੰ ਸੁਣਾਉਂਦੇ ਇਹ ਡਾਂਸ ਹੈ ਜਿਹੜਾ ਕਰਿਆ ਜਾਂਦਾ ਸੀ। ਮਤਲਬ ਸਟੋਰੀ ਵੀ ਸੁਣਾ ਰਹੇ ਆ, ਨਾਲ ਦੀ ਨਾਲ ਉਹ ਜਿਹੜਾ ਡਾਂਸ ਹੈ ਉਹ ਵੀ ਕਰ ਰਹੇ ਆ। ਹੌਲੀ-ਹੌਲੀ ਇਹ ਡਾਂਸ ਹੈ ਜਿਹੜਾ ਇਹ ਫੇਮਸ ਹੋ ਜਾਂਦਾ ਹੈ। ਤੇ ਬਾਅਦ ਦੇ ਵਿੱਚ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਜਿਵੇਂ ਮੁਗਲਾਂ ਦਾ ਰਾਜ ਆਉਂਦਾ ਹੈ, ਹਨਾ, ਜਾਂ ਨਵਾਬ ਵਗੈਰਾ ਦਾ ਰੂਲ ਆਉਂਦਾ ਹੈ ਅਵਧ ਵਗੈਰਾ ਦੇ ਵਿੱਚ, ਤਾਂ ਉਹ ਉਹਨਾਂ ਦੇ ਦਰਬਾਰਾਂ ਦੇ ਵਿੱਚ ਇਹ ਡਾਂਸ ਹੈ ਜਿਹੜਾ ਕਰਿਆ ਜਾਣ ਲੱਗਿਆ। ਉੱਥੋਂ ਫਿਰ ਇਹ ਡਾਂਸ ਫੇਮਸ ਹੋ ਗਿਆ। ਤੇ ਇਸ ਦਾ ਸਭ ਤੋਂ ਜਿਹੜਾ ਫੇਮਸ ਡਾਂਸਰ ਹੈ ਉਹ ਹੈਗੇ ਆ ਪੰਡਿਤ ਬਿਰਜੂ ਮਹਾਰਾਜ। ਸੁਪਰ ਇੰਪੋਰਟੈਂਟ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਹੈ ਜਿਹੜਾ ਇਹ ਰਿਪੀਟ ਹੋ ਚੁੱਕਿਆ ਹੈ।
ਇਸ ਤੋਂ ਇਲਾਵਾ ਸਿਤਾਰਾ ਦੇਵੀ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਆ ਜਾਓ ਬਾਈ ਫਿਰ ਓਡੀਸੀ ਡਾਂਸ। ਓਡੀਸੀ ਡਾਂਸ ਕਿਹੜੀ ਸਟੇਟ ਦਾ ਹੈ? ਓਡੀਸੀ ਡਾਂਸ ਹੈਗਾ ਓਡੀਸ਼ਾ ਸਟੇਟ ਦਾ, ਠੀਕ ਹੈ। ਤਾਂ ਇਹਨਾਂ ਬਾਰੇ ਬਸ ਸਿੰਪਲ ਜੇ ਇਹ 2-3 ਪੁਆਇੰਟ ਯਾਦ ਰੱਖੋ। ਜਿਹੜੀ ਇਹਨਾਂ ਦੀ ਸੋਨਲ ਮਾਨ ਸਿੰਘ ਸੁਪਰ ਇੰਪੋਰਟੈਂਟ ਹੈ, ਠੀਕ ਹੈ, ਯਾਦ ਰੱਖਣਾ ਹੈ। ਸੋਨਲ ਮਾਨ ਸਿੰਘ ਦਾ ਸੰਬੰਧ ਕਿਹੜੀ ਡਾਂਸ ਨਾਲ ਹੈ? ਕਿਹੜੇ ਡਾਂਸ ਨਾਲ ਹੈ? ਓਡੀਸੀ, ਠੀਕ ਹੈ। ਇਸ ਤੋਂ ਇਲਾਵਾ ਗੁਰੂ ਕੇਲੂ ਚਰਨ ਮਹੋਪਾਤਰਾ ਤੇ ਪੰਕਜ ਚਰਨ ਦਾਸ, ਇਹ ਨਾਮ ਹੈ ਜਿਹੜੇ ਇਹ ਤੁਸੀਂ ਯਾਦ ਰੱਖਣੇ, ਠੀਕ ਹੈ। ਓਡੀਸੀ ਤੋਂ ਬਾਅਦ ਕੁਚੀਪੁੜੀ ਆਂਧਰਾ ਪ੍ਰਦੇਸ਼ ਦਾ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਇਸ ਡਾਂਸ ਦੇ ਵਿੱਚ ਕੀ ਹੈ? ਭਗਵਤ ਪੁਰਾਣ ਦੀ ਸਟੋਰੀਜ਼ ਦਿਖਾਈ ਜਾਂਦੀ ਹੈ, ਹਨਾ। ਤਾਂ ਭਗਵਤ ਪੁਰਾਣ ਦੀ ਸਟੋਰੀਜ਼ ਹੈ ਜਿਹੜੀ ਉਹ ਦਿਖਾਈ ਜਾਂਦੀ ਹੈ। ਤੇ ਇਹ ਦੋ ਡਾਂਸਰ ਹੈ ਜਿਨ੍ਹਾਂ ਦੇ ਨਾਮ ਤੁਸੀਂ ਯਾਦ ਰੱਖ ਸਕਦੇ ਹੋ, ਰਾਜਾ ਰੈਡੀ ਤੇ ਰਾਧਾ ਰੈਡੀ, ਠੀਕ ਹੈ। ਰਾਜਾ ਰੈਡੀ ਤੇ ਰਾਧਾ ਰੈਡੀ। ਉਸ ਤੋਂ ਬਾਅਦ ਬਈ ਕਥਕਲੀ। ਕਥਕਲੀ ਕਿਹੜੀ ਸਟੇਟ ਦਾ ਹੈ? ਕੇਰਲਾ ਦਾ ਹੈ। ਆਪਾਂ ਨੇ ਬਾਈ ਤਰੀਕੇ ਨੂੰ ਯਾਦ ਕਰਿਆ, ਠੀਕ ਹੈ। ਇਹਦੇ ਡਾਂਸ, ਇਸ ਡਾਂਸ ਦੇ ਵਿੱਚ ਰਾਮਾਇਣ ਤੇ ਮਹਾਭਾਰਤ ਦੀ ਜਿਹੜੀ ਸਟੋਰੀਜ਼ ਨੇ, ਹਨਾ, ਉਹਨਾਂ ਨੂੰ ਦਿਖਾਇਆ ਜਾਂਦਾ ਹੈ, ਠੀਕ ਹੈ। ਤੇ ਇਸ ਨੂੰ 1930 ਦੇ ਨੇੜੇ ਤੇੜੇ, ਹਾਲਾਂਕਿ ਸਾਨੂੰ ਯਾਦ ਰੱਖਣ ਦੀ ਬਿਲਕੁਲ ਲੋੜ ਨਹੀਂ ਹੈਗੀ, ਇੱਕ ਵਿਅਕਤੀ ਸੀਗੇ VN ਮੈਨਨ, ਉਹਨਾਂ ਨੇ ਇਸ ਡਾਂਸ ਨੂੰ ਦੁਬਾਰੇ ਰਿਵਾਈਵ ਕਰਿਆ ਸੀਗਾ। ਇਹ ਵਿਲੁਪਤ ਹੋ ਚੁੱਕਿਆ ਸੀਗਾ ਡਾਂਸ, ਤਾਂ ਇਹਨਾਂ ਨੇ ਇਸ ਡਾਂਸ ਨੂੰ ਦੁਬਾਰੇ ਰਿਵਾਈਵ ਕਰਿਆ। ਤਾਂ ਇਹ ਤੁਸੀਂ ਦੇਖ ਸਕਦੇ ਹੋ, ਹਨਾ। ਇਹ ਡਾਂਸ ਮੂਵੀਜ਼ ਵਗੈਰਾ ਦੇ ਵਿੱਚ ਕਾਫੀ ਮਤਲਬ ਦਿਖਾਇਆ ਜਾਂਦਾ ਹੈ, ਹਨਾ। ਜਾਪਾਨ ਦਾ ਇੱਕ ਡਾਂਸ ਹੈ ਕਾਬੂਕੀ ਡਾਂਸ ਤੇ ਨੋ ਡਾਂਸ, ਉਹਦੇ ਨਾਲ ਮੈਚ ਕਰਦਾ ਹੈ ਡਾਂਸ। ਜਿਵੇਂ ਜਾਪਾਨ ਦੇ ਵਿੱਚ ਨੋ ਤੇ ਕਾਬੂਕੀ ਹੁੰਦਾ ਹੈ, ਉਸੇ ਤਰ੍ਹਾਂ ਹੀ ਆਪਣੇ ਇੰਡੀਆ ਦੇ ਵਿੱਚ ਕਥਕਲੀ ਹੁੰਦਾ ਹੈ ਕੇਰਲਾ ਦੇ ਵਿੱਚ। ਯਾਦ ਰੱਖਣਾ, ਇਹ ਕੁਐਸਚਨ ਡਾਇਰੈਕਟ ਪੁੱਛਿਆ ਗਿਆ। ਉਸ ਤੋਂ ਇਲਾਵਾ ਕੁਝ ਫੇਮਸ ਡਾਂਸਰ ਹੈਗੇ ਆ, ਗੋਪੀਨਾਥ, ਕੋਟਕਲ ਸਿਵਰਾਮ ਤੇ ਰੀਤਾ ਗਾਂਗੁਲੀ, ਇਹ ਤੁਸੀਂ ਯਾਦ ਰੱਖਣੀ ਆ ਬਈ। ਨੈਕਸਟ ਆਓ ਫਟਾਫਟ, ਮੋਹਿਨੀ ਅੱਟਮ। ਮੋਹਿਨੀ ਅੱਟਮ ਕੇਰਲਾ ਦਾ ਡਾਂਸ ਹੈਗਾ। ਤੇ ਮੋਹਿਨੀ ਵਰਡ ਦਾ ਮਤਲਬ ਕੀ ਹੁੰਦਾ ਹੈ? ਮੋਹਿਨੀ ਵਰਡ ਦਾ ਮਤਲਬ ਹੁੰਦਾ ਹੈ ਭਗਵਾਨ ਵਿਸ਼ਨੂੰ ਦਾ ਲੇਡੀਜ਼ ਅਵਤਾਰ, ਠੀਕ ਹੈ ਨਾ। ਭਗਵਾਨ ਵਿਸ਼ਨੂੰ ਦਾ ਜਿਹੜਾ ਚਾਰਮਿੰਗ ਅਵਤਾਰ ਹੈ, ਹਨਾ, ਮਤਲਬ ਇੱਕ ਲੇਡੀ ਦੇ ਰੂਪ ਵਿੱਚ ਉਹਨਾਂ ਨੇ ਇੱਕ ਅਵਤਾਰ ਲਿਆ ਸੀ, ਉਹਨੂੰ ਮੋਹਿਨੀ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਸਮ ਪ੍ਰੋਮੀਨੈਂਟ ਡਾਂਸਰਸ ਤੁਸੀਂ ਦੇਖ ਸਕਦੇ ਹੋ, ਸੁਨੰਦਾ ਨਾਇਰ ਤੇ ਮਾਧੁਰੀ ਅੰਮਾ। ਮਾਧੁਰੀ ਅੰਮਾ, ਇਹ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ ਜੀ। ਇਹ ਮੋਹਿਨੀ ਅੱਟਮ ਹੋ ਗਿਆ। ਉਸ ਤੋਂ ਬਾਅਦ ਮਣੀਪੁਰੀ। ਮਣੀਪੁਰੀ ਕਿੱਥੋਂ ਦਾ ਹੈ? ਮਣੀਪੁਰ ਦਾ ਹੈ। ਬਿਲਕੁਲ ਸਿੰਪਲ ਹੈ, ਯਾਦ ਰੱਖਣਾ। ਇਹਦੇ ਚ ਥੀਮ ਕੀ ਹੁੰਦੀ ਹੈ? ਕ੍ਰਿਸ਼ਨਾ। ਕੀ ਥੀਮ ਹੁੰਦੀ ਹੈ? ਕ੍ਰਿਸ਼ਨਾ। ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਵਿਅਕਤੀ ਹੈ, ਜੋ ਇੱਕ ਡਾਂਸਰ ਹੈ, ਉਹ ਕ੍ਰਿਸ਼ਨ ਬਣਿਆ ਹੁੰਦਾ ਤੇ ਉਹਦੇ ਆਲੇ ਦੁਆਲੇ ਜਿਹੜੇ ਡਾਂਸਰਸ ਹੈ ਇਹ ਹੁੰਦੀ ਹੈ, ਠੀਕ ਹੈ ਨਾ। ਤਾਂ ਇਹ ਜਿਹੜੀ ਡਰੈਸ ਹੈ ਇਹ ਬਿਲਕੁਲ ਅਲੱਗ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਡਰਮ ਟਾਈਪ ਡਰੈਸ ਹੁੰਦੀ ਹੈ ਜਿਹੜੀ, ਠੀਕ ਹੈ ਨਾ, ਡਰਮ, ਠੀਕ ਹੈ। ਥੱਲੇ ਇਹ ਜਿਹੜੀ ਡਰਮ ਟਾਈਪ ਡਰੈਸ ਇਹਨਾਂ ਦੀ ਹੁੰਦੀ ਹੈ। ਇਹਨੂੰ ਜੋਗਾਈ ਡਾਂਸ ਵੀ ਕਿਹਾ ਜਾਂਦਾ ਹੈ। ਇਹ ਕੁਐਸਚਨ ਕਾਫੀ ਵਾਰ ਦੇਖਿਆ ਜਾ ਚੁੱਕਾ ਹੈ, ਮੇਨਲੀ ਜਿਹੜੇ CGL ਵਗੈਰਾ ਦੇ ਐਗਜ਼ਾਮ ਹੁੰਦੇ ਆ, ਹਨਾ। ਜੋਗਾਈ ਡਾਂਸ ਕਿਹੜੇ ਡਾਂਸ ਨੂੰ ਕਿਹਾ ਜਾਂਦਾ ਹੈ? ਮਨੀਪੁਰੀ ਡਾਂਸ ਨੂੰ ਕਿਹਾ ਜਾਂਦਾ ਹੈ। ਦੋ ਇਹਨਾਂ ਦੇ ਡਾਂਸਰ ਤੁਸੀਂ ਯਾਦ ਰੱਖ ਸਕਦੇ ਹੋ, ਗੁਰੂ ਬਿਪਨ ਸਿਨਹਾ ਤੇ ਨਿਰਮਲ ਮਹਿਤਾ। ਨਿਰਮਲ ਬਾਬਾ ਨਹੀਂ, ਨਿਰਮਲ ਮਹਿਤਾ, ਠੀਕ ਹੈ। ਤਾਂ ਨੈਕਸਟ ਦੇਖੋ ਜੀ, ਸਤਰੀਆ। ਸਤਰੀਆ ਅਸਾਮ ਦਾ ਡਾਂਸ ਹੈ। ਇਹਦੇ ਚ ਥੀਮ ਕੀ ਹੁੰਦੀ ਹੈ? ਰਾਧਾ ਕ੍ਰਿਸ਼ਨ। ਰਾਧਾ ਕ੍ਰਿਸ਼ਨ ਥੀਮ ਹੁੰਦੀ ਹੈ। ਇੱਕ ਵਿਅਕਤੀ ਹੈ ਜਿਹੜਾ ਮਤਲਬ ਕ੍ਰਿਸ਼ਨ ਬਣਿਆ ਹੁੰਦਾ ਤੇ ਬਾਕੀ ਰਾਧਾ ਵਗੈਰਾ ਤੇ ਹੋਰ ਡਾਂਸਰ ਜਿਹੜੇ ਉਹ ਹੁੰਦੇ ਆ, ਠੀਕ ਹੈ ਜੀ। ਤੇ ਇਸ ਡਾਂਸ ਨੂੰ ਜਿਹੜੇ ਸ਼ੰਕਰਾ ਦੇਵ ਸੰਤ ਸੀਗੇ ਉਸ ਸਾਈਡ ਦੇ, ਅਸਾਮ ਤੇ ਬੰਗਾਲ ਵਾਲੀ ਸਾਈਡ ਦੇ, ਉਹਨਾਂ ਨੇ ਇਸ ਨੂੰ ਬਹੁਤ ਜ਼ਿਆਦਾ ਫੇਮਸ ਕਰਿਆ ਸੀਗਾ ਡਾਂਸ ਨੂੰ, ਠੀਕ ਹੈ। ਇਸ ਤੋਂ ਬਾਅਦ ਬਈ, ਇਸ ਤੋਂ ਬਾਅਦ ਛਊ ਡਾਂਸ ਹੈ। ਛਊ ਵਰਡ ਦਾ ਮੈਂ ਤੁਹਾਨੂੰ ਪਹਿਲਾਂ ਵੀ ਮਤਲਬ ਦੱਸਿਆ ਸੀਗਾ। ਛਊ ਵਰਡ ਦਾ ਮਤਲਬ ਹੁੰਦਾ ਹੈ ਮਾਸਕ। ਤਾਂ ਇਹਦੇ ਵਿੱਚ ਕੀ ਹੈ? ਦੇਵੀ ਦੇਵਤਾ ਦੀ ਸਟੋਰੀਜ਼ ਵਗੈਰਾ, ਪੁਰਾਣਾ ਦੀ ਸਟੋਰੀਜ਼ ਵਗੈਰਾ, ਉਹਨਾਂ ਦੇ ਉੱਤੇ ਡਾਂਸ ਕਰਿਆ ਜਾਂਦਾ ਹੈ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਸਪੈਸ਼ਲ, ਇੱਕ ਅਲੱਗ ਤਰ੍ਹਾਂ ਦਾ ਮਾਸਕ ਇਹ ਹੁੰਦਾ ਹੈ, ਠੀਕ ਹੈ ਨਾ। ਮਾਸਕ ਲਗਾ ਕੇ ਇਹ ਡਾਂਸ ਹੁੰਦਾ ਹੈ। ਤੇ ਕਿਤੇ ਕਿੱਥੇ ਹੁੰਦਾ ਹੈ? ਇਹ ਆਪਾਂ ਨੇ ਬਾਈ ਟ੍ਰਿਕ ਦੇਖਿਆ ਹੋਇਆ, ਉੜੀਸਾ, ਝਾਰਖੰਡ ਤੇ ਵੈਸਟ ਬੰਗਾਲ, ਠੀਕ ਹੈ ਬਾਈ। ਇਹ ਡਾਂਸ ਜਿਹੜੇ ਇਹ ਯਾਦ ਰੱਖਣੇ ਆ, ਕਲੀਅਰ ਹੈ। ਤਾਂ ਇਹ ਕਲਾਸੀਕਲ ਡਾਂਸ ਵਾਲਾ ਜਿਹੜਾ ਆਪਣਾ ਟੌਪਿਕ ਹੈ ਇਹ ਹੋ ਗਿਆ ਬਾਈ, ਠੀਕ ਹੈ। ਕਲਾਸੀਕਲ ਡਾਂਸ ਵਾਲਾ ਟੌਪਿਕ ਆਪਣਾ ਜਿਹੜਾ ਹੋ ਗਿਆ। ਹੁਣ ਇਸ ਤੋਂ ਬਾਅਦ ਇਹ ਤਾਂ ਸਿਰਫ 9 ਡਾਂਸ ਸੀਗੇ ਆਪਣੇ ਇੰਡੀਆ ਦੇ ਜਿਹੜੇ ਮੋਸਟ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੀ ਹੋਣੇ ਚਾਹੀਦੇ ਆ ਜੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਐਗਜ਼ਾਮ ਦੇਣ ਜਾ ਰਹੇ ਹੋ, ਠੀਕ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਹੈ 9 ਦੇ 9 ਡਾਂਸ, ਠੀਕ ਹੈ। ਐਗਜ਼ਾਮ ਦੇ ਲੈਵਲ ਦੇ ਉੱਤੇ ਡਿਪੈਂਡ ਕਰਦਾ ਹੈ ਐਗਜ਼ਾਮ, ਤੁਸੀਂ ਕਿਹੜੇ ਲੈਵਲ ਦਾ ਐਗਜ਼ਾਮ ਦੇਣ ਜਾ ਰਹੇ ਹੋ, ਠੀਕ ਹੈ। ਜੇ ਤੁਸੀਂ ਕੋਈ ਹਾਇਰ ਲੈਵਲ ਦਾ, ਕੋਈ ਰੈਂਕ ਦਾ ਐਗਜ਼ਾਮ ਦੇ ਰਹੇ ਹੋ ਤਾਂ ਤੁਹਾਨੂੰ ਪੂਰੀ ਡਿਟੇਲ ਉਸ ਡਾਂਸ ਬਾਰੇ ਪਤਾ ਹੋਣੀ ਚਾਹੀਦੀ ਹੈ, ਕਲਾਸੀਕਲ ਡਾਂਸ ਬਾਰੇ, ਠੀਕ ਹੈ। ਉਹਨਾਂ ਦੀ ਵੇਸ਼ਭੂਸ਼ਾ, ਡਰੈਸ ਬਾਰੇ ਵੀ ਕੁਐਸਚਨ ਆ ਜਾਂਦੇ ਹੈ, ਠੀਕ ਹੈ। ਉਹ ਸਾਰਾ ਕੁਝ ਪਤਾ ਹੋਣਾ ਚਾਹੀਦਾ। ਬਾਕੀ ਜੇ ਤੁਸੀਂ ਉਹੀ 10th +2 ਬੇਸ ਦੇ ਕੋਈ ਐਗਜ਼ਾਮ ਦੇਣ ਜਾ ਰਹੇ ਹੋ, ਸਿੰਪਲ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਡਾਂਸ ਕਿਹੜੀ ਸਟੇਟ ਦਾ ਡਾਂਸ ਹੈ, ਠੀਕ ਹੈ। ਤਾਂ ਉਹ ਸੀਗੇ ਬਈ ਸਾਰੇ ਦੇ ਸਾਰੇ ਕਲਾਸੀਕਲ ਡਾਂਸ। ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜਾਂਗੇ ਸਾਰੇ ਆਪਣੇ ਇੰਡੀਆ ਦੇ ਫੋਕ ਡਾਂਸ, ਠੀਕ ਹੈ। ਹਰ ਇੱਕ ਸਟੇਟ ਦੇ ਵਿੱਚ ਘੱਟੋ ਘੱਟ 10 ਡਾਂਸ ਹੁੰਦੇ ਆ, ਬਟ ਆਪਾਂ ਨੇ ਸਾਰੇ ਨਹੀਂ ਕਰਨੇ ਇਦਾਂ ਦਾ, ਫਿਰ ਇੰਡੀਆ ਦੇ ਵਿੱਚ 200-250 ਡਾਂਸ ਹੋ ਜਾਣਗੇ, ਠੀਕ ਹੈ। ਤਾਂ ਆਪਾਂ ਨੇ ਕੀ ਕਰਿਆ ਵੀ ਮੋਸਟ ਇੰਪੋਰਟੈਂਟ ਜਿਹੜੇ 50-60 ਡਾਂਸ ਹੈਗੇ ਆ ਪੂਰੇ ਇੰਡੀਆ ਦੇ, ਜਿਹੜੇ ਮਤਲਬ ਸਾਨੂੰ ਲੱਗਦਾ ਕਿ ਇਹ ਬਹੁਤ ਜ਼ਿਆਦਾ ਪੁੱਛੇ ਗਏ ਆ ਤੇ ਪੰਜਾਬ ਦੇ ਐਗਜ਼ਾਮਸ ਦੇ ਪੁਆਇੰਟ ਆਫ ਵਿਊ ਨਾਲ ਬਸ ਇੰਨੇ ਜੇ ਤੁਸੀਂ ਕਰ ਲਓਗੇ ਉਹੀ ਬਹੁਤ ਹੈ, ਠੀਕ ਹੈ। ਤਾਂ ਉਹ ਸਾਰੇ ਡਾਂਸ ਆਪਾਂ ਨੇ
ਨੈਕਸਟ ਵੀਡੀਓ ਦੇ ਵਿੱਚ ਕਰਨੇ ਆ ਫੋਕ ਡਾਂਸ ਵਾਲੇ, ਠੀਕ ਹੈ। ਉਹ ਵੀ ਬਹੁਤ ਇੰਪੋਰਟੈਂਟ ਹੈ। ਫੋਕ ਡਾਂਸ ਮੈਂ ਤੁਹਾਨੂੰ ਦੱਸਤਾ ਕਿਹੜੇ ਹੁੰਦੇ ਆ। ਫੋਕ ਡਾਂਸ ਹੁੰਦੇ ਆ ਜਿਹੜੇ ਆਮ ਖੁਸ਼ੀ ਦੇ ਮੌਕੇ ਦੇ ਉੱਤੇ ਆਮ ਜਨਤਾ ਜਿਹੜੀ ਉਹ ਕਰਦੀ ਹੈ, ਠੀਕ ਹੈ। ਤਾਂ ਉਹੀ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਬਾਕੀ ਆਪਣਾ ਪਿਆਰ ਹੈ ਜਿਹੜਾ ਉਹ ਚੈਨਲ ਤੇ ਬਣਾਏ ਰੱਖੋ। ਵੀਡੀਓ ਜੇ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ। ਚੈਨਲ ਦੇ ਉੱਤੇ ਨਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਠੀਕ ਹੈ। ਥੈਂਕ ਯੂ।